ਸੋ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ। ਮਹਾਰਾਸ਼ਟਰ ਦੇ ਔਰੰਗਾਬਾਦ ਦੇ ਵਿੱਚ ਰੇਲ ਹਾਦਸਾ ਵਾਪਰ ਗਿਆ। ਦਰਅਸਲ ਰੇਲ ਦੀ ਪਟੜੀ ਤੇ 19 ਮਜ਼ਦੂਰ ਇੱਕ ਮਾਲ ਗੱਡੀ ਦੀ ਲਪੇਟ ਦੇ ਵਿੱਚ ਆ ਗਏ ਨੇ। ਦੱਸਿਆ ਹੀ ਜਾ ਰਿਹਾ ਕਿ 16 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ 2 ਮਜ਼ਦੂਰਾਂ ਦੀ ਜਾਨ ਬਚੀ ਹੈ। ਇਹ ਘਟਨਾ ਸਵੇਰੇ 5 ਵਜੇ ਦੇ ਨੇੜੇ ਤੇੜੇ ਦੀ ਦੱਸੀ ਜਾ ਰਹੀ ਹੈ, ਜਦੋਂ ਇਹ ਸਾਰੇ ਮਜ਼ਦੂਰ ਰੇਲ ਦੀ ਪਟੜੀ ਤੇ ਸੌਂ ਰਹੇ ਸਨ। ਦੱਸਿਆ ਇਹ ਜਾ ਰਿਹਾ ਹੈ ਕਿ ਕਰਮਾੜ ਪੁਲਿਸ ਸਟੇਸ਼ਨ ਦੇ ਨੇੜੇ ਇਹ ਜਿਹੜੇ ਮਜ਼ਦੂਰ ਨੇ ਪੈਦਲ ਤੁਰੇ ਜਾ ਰਹੇ ਸੀਗੇ ਅਤੇ ਮੱਧ ਪ੍ਰਦੇਸ਼ ਦੇ ਵੱਲ ਜਾ ਰਹੇ ਸੀਗੇ ਅਤੇ ਇਹ ਮਜ਼ਦੂਰ ਰੇਲ ਪਟੜੀਆਂ ਦੇ ਕਿਨਾਰੇ ਦੇ ਨਾਲ ਚੱਲ ਰਹੇ ਸੀ। ਰਸਤੇ ਦੇ ਵਿੱਚ ਜਦੋਂ ਥਕਾਵਟ ਹੋਈ ਅਤੇ ਇਹ ਮਜ਼ਦੂਰ ਰੇਲ ਦੀ ਪਟੜੀ ਤੇ ਹੀ ਸੌਂ ਗਏ ਤੇ ਜਿਸ ਤੋਂ ਬਾਅਦ ਇੱਕ ਮਾਲ ਗੱਡੀ ਦੇ ਵੱਲੋਂ ਇਹਨਾਂ ਨੂੰ ਕੁਚਲ ਦਿੱਤਾ ਗਿਆ। ਰੇਲ ਪਟੜੀ ਤੇ ਇਹ ਮਜ਼ਦੂਰ ਸੁੱਤੇ ਪਏ ਸਨ ਅਤੇ ਸਵੇਰੇ 5:22 ਤੇ ਇਹ ਘਟਨਾ ਵਾਪਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਟਵੀਟ ਕਰਕੇ ਦੁੱਖ ਜਤਾਇਆ ਗਿਆ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਵੀ ਟਵੀਟ ਕੀਤਾ ਕਿ ਸਵੇਰੇ 5:22 ਤੇ ਨਾਂਦੇੜ ਡਿਵੀਜ਼ਨ ਦੇ ਬਦਨਾਪੁਰ ਅਤੇ ਕਰਮਾੜ ਸਟੇਸ਼ਨ ਦੇ ਵਿੱਚ ਇਹ ਜਿਹੜੇ ਮਜ਼ਦੂਰ ਨੇ ਇਹ ਸੁੱਤੇ ਪਏ ਸੀ ਅਤੇ ਮਾਲ ਗੱਡੀ ਦੇ ਹੇਠਾਂ ਆ ਗਏ। ਦੱਸ ਦਈਏ ਕਿ ਇਹ ਵੱਡੀ ਘਟਨਾ, ਦੁਖਦ ਘਟਨਾ, ਮੰਦਭਾਗੀ ਘਟਨਾ ਵਾਪਰੀ ਹੈ, ਹਾਦਸਾ ਹੋਇਆ ਹੈ। ਦਰਅਸਲ ਕਈ ਸਵਾਲ ਨੇ ਕਿ ਆਖਿਰ ਕੋਰੋਨਾ ਦੇ ਕਾਰਨ ਮਜ਼ਦੂਰਾਂ ਨੂੰ ਹੀ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ, ਦਿੱਕਤਾਂ ਕਿਉਂ ਝੱਲਣੀਆਂ ਪੈ ਰਹੀਆਂ ਨੇ, ਮਜ਼ਦੂਰਾਂ ਦੀਆਂ ਹੀ ਮੌਤਾਂ ਕਿਉਂ ਹੋ ਰਹੀਆਂ ਨੇ। ਹੇਠਲੇ ਤਬਕੇ ਤੇ ਹੀ ਕੋਰੋਨਾ ਦੀ ਮਾਰ ਵੀ ਹੈ ਅਤੇ ਇਸ ਤਰ੍ਹਾਂ ਦੀਆਂ ਇਨਸੀਡੈਂਟਸ ਵੀ ਮਜ਼ਦੂਰਾਂ ਦੇ ਨਾਲ ਹੀ ਹੋ ਰਹੀਆਂ ਨੇ। ਹਾਲਾਂਕਿ ਗਲਤੀ ਇੱਥੇ ਮਜ਼ਦੂਰਾਂ ਦੀ ਵੀ ਹੈ ਕਿ ਉਹ ਪਟੜੀ ਤੇ ਕਿਉਂ ਸੁੱਤੇ, ਪਰ ਸਵਾਲ ਇਹ ਵੀ ਹੈ ਕਿ ਅੱਜ ਕੱਲ੍ਹ ਅਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਕਿ ਜਿੰਨੇ ਵੀ ਮਜ਼ਦੂਰ ਨੇ ਆਪੋ ਆਪਣੇ ਸਟੇਟਸ ਦੇ ਵਿੱਚ ਨਹੀਂ ਜਿਹੜੇ ਸਾਧਨ ਮਿਲ ਰਹੇ, ਜਿਸ ਕਰਕੇ ਉਹ ਪੈਦਲ ਹੀ ਜਾ ਰਹੇ ਨੇ ਅਤੇ ਰਸਤਾ ਉਹਨਾਂ ਨੂੰ ਬਹੁਤਾ ਨਹੀਂ ਪਤਾ ਹੁੰਦਾ, ਇਸ ਕਰਕੇ ਰੇਲ ਪਟੜੀ ਦੇ ਨਾਲ ਜਾਂਦੇ ਨੇ। ਉਹਨਾਂ ਨੂੰ ਪਤਾ ਹੈ ਕਿ ਇਹ ਰੇਲ ਦੀ ਪਟੜੀ ਉਹਨਾਂ ਨੂੰ ਉਹਨਾਂ ਦੇ ਨਿਸ਼ਚਿਤ ਜਗ੍ਹਾ ਜਿੱਥੇ ਮੰਜ਼ਿਲ ਆ ਉੱਥੇ ਪਹੁੰਚਾ ਦੇਵੇਗੀ ਅਤੇ ਇਸ ਕਰਕੇ ਇਹ ਜਿਹੜੇ ਮਜ਼ਦੂਰ ਨੇ ਇਹ ਵੀ ਰੇਲ ਪਟੜੀ ਤੇ ਜਾ ਰਹੇ ਸਨ ਅਤੇ ਥਕਾਵਟ ਇੰਨੀ ਹੋਈ ਕਿ ਉਹ ਰੇਲ ਪਟੜੀ ਤੇ ਸੌਂ ਗਏ ਅਤੇ ਉਹਨਾਂ ਨੂੰ ਸੁੱਤੇ ਪਏ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮਾਲ ਗੱਡੀ ਆ ਗਈ ਅਤੇ ਮਾਲ ਗੱਡੀ ਨੇ ਉਹਨਾਂ ਨੂੰ ਕੁਚਲ ਦਿੱਤਾ। ਸੋ 16 ਮਜ਼ਦੂਰਾਂ ਦੀ ਮੌਤ ਹੋਈ ਹੈ। 19 ਮਜ਼ਦੂਰ ਸਨ ਕੁੱਲ, ਜਿਨ੍ਹਾਂ ਦੇ ਵਿੱਚੋਂ 16 ਦੀ ਮੌਤ ਹੋਈ ਹੈ ਅਤੇ ਇਹ ਮਜ਼ਦੂਰ ਰੇਲ ਪਟੜੀ ਤੇ ਸੁੱਤੇ ਪਏ ਸਨ। ਮਹਾਰਾਸ਼ਟਰ ਦੇ ਔਰੰਗਾਬਾਦ ਦੀ ਇਹ ਸਵੇਰੇ 5:22 ਦੀ ਘਟਨਾ ਹੈ, ਜਦੋਂ ਇਹ ਮਜ਼ਦੂਰ ਸੁੱਤੇ ਪਏ ਸਨ, ਮਾਲ ਗੱਡੀ ਆਈ ਤਾਂ ਇਹਨਾਂ ਨੂੰ ਕੁਚਲ ਦਿੱਤਾ ਗਿਆ। ਸੋ ਵੱਡੇ ਸਵਾਲ ਨੇ ਕਿ ਆਖਿਰ ਸਾਡੀਆਂ ਸਰਕਾਰਾਂ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਣ ਦੇ ਵਿੱਚ ਅਸਫਲ ਕਿਉਂ ਰਹੀਆਂ ਨੇ। ਲੋਕਡਾਊਨ ਦੇ ਵੇਲੇ ਕਿਉਂ ਨਹੀਂ ਛੋਟ ਦਿੱਤੀ ਗਈ ਕਿ ਉਹ ਆਪੋ ਆਪਣੇ ਘਰੇ ਜਾ ਸਕਣ? ਕੋਈ ਟ੍ਰੇਨ ਕਿਉਂ ਨਹੀਂ ਚਲਾਈ ਗਈ? ਸਪੈਸ਼ਲ ਟ੍ਰੇਨਾਂ ਕਿਉਂ ਨਹੀਂ ਚਲਾਈ ਗਈਆਂ? ਕਿਉਂ ਮਜ਼ਦੂਰਾਂ ਨੂੰ ਪੈਦਲ ਜਾਣਾ ਪਿਆ ਤੇ ਥਕਾਵਟ ਇੰਨੀ ਹੋਈ ਕਿ ਉਹ ਰੇਲ ਪਟੜੀ ਤੇ ਸੌਂ ਗਏ ਅਤੇ ਉਹਨਾਂ ਦੀ ਮੌਤ ਹੋ ਗਈ। ਹੁਣ ਪ੍ਰਧਾਨ ਮੰਤਰੀ ਤੋਂ ਲੈ ਕੇ ਵੱਡੇ ਲੀਡਰ ਦੁੱਖ ਜਤਾ ਰਹੇ ਨੇ। ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਦੁੱਖ ਜਤਾਇਆ ਹੈ। ਰੇਲ ਮੰਤਰੀ ਪਿਊਸ਼ ਗੋਇਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਸੁੱਤੇ ਪਏ ਮਜ਼ਦੂਰਾਂ ਨੂੰ ਰੇਲ ਗੱਡੀ ਨੇ ਕੁਚਲ ਦਿੱਤਾ। ਦੁਖਦ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਹਾਦਸਾ ਵਾਪਰਿਆ ਮਹਾਰਾਸ਼ਟਰ ਦੇ ਔਰੰਗਾਬਾਦ ਦੇ ਵਿੱਚ, ਜਿੱਥੇ 19 ਮਜ਼ਦੂਰ ਰੇਲ ਗੱਡੀ ਦੀ ਲਾਈਨ ਤੇ, ਰੇਲ ਗੱਡੀ ਦੀ ਪਟੜੀ ਤੇ ਸੁੱਤੇ ਪਏ ਸਨ ਅਤੇ ਇੱਕ ਮਾਲ ਗੱਡੀ ਇਹਨਾਂ ਮਜ਼ਦੂਰਾਂ ਨੂੰ ਕੁਚਲਦੀ ਹੋਈ ਅੱਗੇ ਲੰਘ ਗਈ। 16 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਦੁਖਦ ਸਮਾਚਾਰ ਹੈ, ਪਰ ਸਰਕਾਰਾਂ ਤੇ ਵੀ ਸਵਾਲ ਹੈ ਕਿ ਕਿਉਂ ਨਹੀਂ, ਜਦੋਂ ਤੁਸੀਂ 24 ਮਾਰਚ ਨੂੰ ਲੋਕਡਾਊਨ ਕਰਦੇ ਹੋ ਤਾਂ ਸਮਾਂ ਦਿੱਤਾ ਜਾਂਦਾ ਆਪੋ ਆਪਣੀ ਮੰਜ਼ਿਲ ਤੇ ਪਹੁੰਚਣ ਦਾ, ਤੇ ਹੁਣ ਜਦੋਂ ਮਈ ਚੱਲ ਗਈ ਹੈ ਹੁਣ ਤੱਕ ਵੀ ਕੋਈ ਉਹਨਾਂ ਨੂੰ ਆਪੋ ਆਪਣੀ ਮੰਜ਼ਿਲ ਤੇ ਪਹੁੰਚਾਉਣ ਦੇ ਲਈ ਕੁਝ ਨਹੀਂ ਕੀਤਾ ਗਿਆ। ਤਾਂ ਅੱਕ ਕੇ ਜਿਹੜੇ ਮਜ਼ਦੂਰ ਨੇ ਉਹ ਪੈਦਲ ਜਾ ਰਹੇ ਨੇ, ਘਰੋਂ ਘਰੀ ਪਹੁੰਚਣਾ ਚਾਹੁੰਦੇ ਨੇ, ਆਪਣੇ ਘਰ ਪਹੁੰਚਣਾ ਚਾਹੁੰਦੇ ਨੇ ਅਤੇ ਇਹ ਵੀ ਇਸ ਤਰ੍ਹਾਂ ਦੇ ਮਜ਼ਦੂਰ ਸਨ ਅਭਾਗੇ, ਜਿਹੜੇ ਵਿਚਾਰੇ ਆਪਣੇ ਘਰ ਪਹੁੰਚਣਾ ਚਾਹੁੰਦੇ ਸਨ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਸ਼ਾਇਦ ਉਹਨਾਂ ਦਾ ਇੰਤਜ਼ਾਰ ਕਰਦੇ ਰਹੇ ਹੋਣ, ਪਰ ਹੁਣ ਉਹਨਾਂ ਦਾ ਇੰਤਜ਼ਾਰ ਕਦੇ ਨਹੀਂ ਮੁੱਕਣਾ ਕਿਉਂਕਿ ਉਹਨਾਂ ਦੀ ਮੌਤ ਹੋ ਗਈ ਹੈ ਅਤੇ ਦੇਸ਼ ਦੀਆਂ ਸਰਕਾਰਾਂ, ਦੇਸ਼ ਦਾ ਸਿਸਟਮ ਇਸ ਦੇ ਲਈ ਜ਼ਿੰਮੇਵਾਰ ਹੈ ਕਿ ਕਿਉਂ ਨਹੀਂ ਉਹਨਾਂ ਨੂੰ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਹੁੰਚਾਇਆ ਗਿਆ, ਕਿਉਂ ਉਹਨਾਂ ਨੂੰ ਤੁਰਨਾ ਪਿਆ, ਕਿਉਂ ਉਹਨਾਂ ਨੂੰ ਥਕਾਨ ਇੰਨੀ ਵੱਧ ਗਈ, ਥਕਾਵਟ ਇੰਨੀ ਵੱਧ ਗਈ ਕਿ ਉਹਨਾਂ ਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਕਦੋਂ ਰੇਲ ਗੱਡੀ ਆ ਗਈ ਜੋ ਉਹਨਾਂ ਲਈ ਕਾਲ ਸਾਬਤ ਹੋਈ ਹੈ। ਰੇਲ ਗੱਡੀ ਦੀ ਪਟੜੀ ਤੇ ਇਹ ਮਜ਼ਦੂਰ ਸੁੱਤੇ ਪਏ ਸਨ। ਮਹਾਰਾਸ਼ਟਰ ਦੇ ਔਰੰਗਾਬਾਦ ਦੀ ਇਹ ਘਟਨਾ ਹੈ। ਸੋ ਜਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਰਾਜਨੀਤੀ ਹੁੰਦੀ ਹੈ, ਹੁਣ ਇੱਕ ਦੂਜੇ ਤੇ ਇਲਜ਼ਾਮਬਾਜ਼ੀਆਂ ਹੋਣਗੀਆਂ, ਵਾਰ ਪਲਟਵਾਰ ਹੋਣਗੇ, ਪਰ ਸਵਾਲ ਇਹ ਹੈ ਕਿ ਕੋਰੋਨਾ ਵਾਇਰਸ ਦੇ ਨਾਲ ਸ਼ਾਇਦ ਇਹ ਨਾ ਮਰਦੇ, ਪਰ ਸਿਸਟਮ ਦੀ ਭੇਂਟ ਚੜ ਗਏ ਨੇ ਇਹ ਮਜ਼ਦੂਰ। ਮਹਾਰਾਸ਼ਟਰ ਦੇ ਔਰੰਗਾਬਾਦ ਦੇ ਵਿੱਚ ਇਹ ਘਟਨਾ ਵਾਪਰੀ ਹੈ। 5:22 ਤੇ ਘਟਨਾ ਵਾਪਰੀ ਹੈ। ਇਹ ਹਾਦਸਾ ਹੋਇਆ ਹੈ।
ਨਾਂਦੇੜ ਡਿਵੀਜ਼ਨ ਦੇ ਬਦਨਾਪੁਰ ਤੋਂ ਕਰਮਾੜ ਸਟੇਸ਼ਨ ਦੇ ਵਿੱਚ ਇਹ ਹਾਦਸਾ ਹੋਇਆ ਅਤੇ ਮਜ਼ਦੂਰ ਜਿਹੜੇ ਨੇ ਮਾਲ ਗੱਡੀ ਦੇ ਹੇਠਾਂ ਆ ਗਏ, ਜਿਸ ਤੋਂ ਬਾਅਦ ਹੁਣ ਇਨਕੁਆਇਰੀ ਦੇ ਆਦੇਸ਼ ਦੇ ਦਿੱਤੇ ਗਏ ਨੇ ਰੇਲ ਮੰਤਰੀ ਪਿਊਸ਼ ਗੋਇਲ ਦੇ ਵੱਲੋਂ। ਇਨਕੁਆਇਰੀਆਂ ਕੀ ਕਰਨਗੀਆਂ? ਸਵਾਲ ਇਹ ਹੈ ਕਿ ਇਹਨਾਂ ਨੂੰ ਪਹੁੰਚਾਇਆ ਕਿਉਂ ਨਹੀਂ ਗਿਆ ਸਮੇਂ ਸਿਰ। ਮਜ਼ਦੂਰਾਂ ਦੀ 16 ਮਜ਼ਦੂਰਾਂ ਦੀ ਇਕੱਠੇ ਮੌਤ ਹੋ ਗਈ ਹੈ। ਇਹ ਵੀ ਸਵਾਲ ਹੈ ਕਿ ਰੇਲ ਪਟੜੀ ਤੇ, ਚਲੋ ਠੀਕ ਹੈ ਉਹਨਾਂ ਦੀ ਗਲਤੀ ਹੈ ਕਿ ਰੇਲ ਪਟੜੀ ਤੇ ਸੁੱਤੇ ਪਏ ਸਨ, ਪਰ ਰੇਲ ਪਟੜੀ ਤੇ ਸੌਣ ਲਈ ਉਹਨਾਂ ਨੂੰ ਮਜਬੂਰ ਕਿਉਂ ਹੋਣਾ ਪਿਆ? ਕਿਉਂਕਿ ਉਹ ਥੱਕ ਇੰਨੇ ਗਏ ਸਨ ਅਤੇ ਰੇਲ ਪਟੜੀ ਦੇ ਨਾਲ ਨਾਲ ਉਹਨਾਂ ਨੂੰ ਹੋਰ ਰਸਤਾ ਨਹੀਂ ਪਤਾ। ਉਹ ਰੇਲ ਪਟੜੀ ਦੇ ਨਾਲ ਨਾਲ ਇਸੇ ਕਰਕੇ ਜਾਂਦੇ ਨੇ ਕਿ ਇਹ ਰੇਲ ਦੀ ਲਾਈਨ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਲੈ ਕੇ ਜਾਵੇਗੀ। ਉਹਨਾਂ ਨੂੰ ਪਤਾ ਲੱਗਦਾ, ਅਸੀਂ ਦੇਖਿਆ ਹੈ ਕਿ ਪੰਜਾਬ ਤੋਂ ਵੀ ਬਹੁਤ ਸਾਰੇ ਮਜ਼ਦੂਰ, ਹੋਰਨਾਂ ਸਟੇਟਸ ਤੋਂ ਵੀ ਬਹੁਤ ਸਾਰੇ ਮਜ਼ਦੂਰ ਰੇਲ ਪਟੜੀ ਤੇ ਜਾਂਦੇ ਦੇਖੇ ਗਏ ਨੇ, ਆਪੋ ਆਪਣੇ ਪਰਿਵਾਰਾਂ ਸਮੇਤ, ਆਪੋ ਆਪਣੇ ਸਮਾਨ ਸਮੇਤ। ਜਿਵੇਂ 1947 ਦਾ ਦ੍ਰਿਸ਼ ਹੋਵੇ ਕਿ ਭਾਰਤ ਪਾਕਿਸਤਾਨ ਦੀ ਵੰਡ ਹੋ ਰਹੀ ਹੋਵੇ ਤੇ ਲੋਕ ਆਪੋ ਆਪਣਾ ਸਮਾਨ ਚੁੱਕ ਕੇ ਸਿਰਾਂ ਤੇ ਆਪੋ ਆਪਣੇ ਘਰਾਂ ਨੂੰ ਜਾ ਰਹੇ ਹੋਣ, ਇਸ ਤਰ੍ਹਾਂ ਦੇ ਦ੍ਰਿਸ਼ ਇਹਨਾਂ ਦਿਨਾਂ ਦੇ ਵਿੱਚ ਦੇਖੇ ਗਏ ਨੇ। ਤੇ ਸਰਕਾਰਾਂ ਇੱਥੇ ਸਿਸਟਮ ਜਿਹੜਾ ਹੈ ਉਹ ਫੇਲ ਰਿਹਾ ਹੈ। ਤੁਸੀਂ ਦੇਖੋ ਕਿ ਰਾਜਨੀਤੀ ਹੋਈ ਹੈ, ਜਦੋਂ ਕਿਹਾ ਗਿਆ ਕਿ ਜਿਹੜੇ ਮਜ਼ਦੂਰਾਂ ਨੂੰ ਰੇਲ ਗੱਡੀਆਂ ਲੈ ਕੇ ਜਾਣਗੀਆਂ ਤਾਂ ਉਹਨਾਂ ਦੀ ਟਿਕਟ ਲੱਗੇਗੀ, ਜਿਸ ਤੋਂ ਬਾਅਦ ਕਾਂਗਰਸ ਪਾਰਟੀ ਅੱਗੇ ਆਈ। ਕਾਂਗਰਸ ਨੇ ਕਿਹਾ ਕਿ ਅਸੀਂ ਚੁੱਕਾਂਗੇ ਮਜ਼ਦੂਰਾਂ ਦੀ ਟਿਕਟ ਦਾ ਖਰਚਾ, ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ 35 ਕਰੋੜ ਰੁਪਏ ਖਰਚੇ ਜਾ ਰਹੇ ਨੇ। ਪਰ ਸਵਾਲ ਇਹ ਹੈ ਕਿ ਜਦੋਂ 2 ਮਹੀਨਿਆਂ ਤੋਂ ਕੰਮ ਬੰਦ ਹੈ ਤਾਂ ਮਜ਼ਦੂਰ ਟਿਕਟਾਂ ਕਿੱਥੋਂ ਦੇਣਗੇ? ਕੀ ਰੇਲਵੇ ਨੂੰ ਚਾਹੀਦਾ ਨਹੀਂ ਸੀ ਕਿ ਉਹਨਾਂ ਨੂੰ ਮੁਫਤ ਯਾਤਰਾ ਕਰਵਾਈ ਜਾਵੇ? ਕੀ ਭਾਜਪਾ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਨਹੀਂ ਸੀ ਚਾਹੀਦਾ? ਜਦੋਂ 62,000 ਕਰੋੜ ਤੁਸੀਂ NPA 'ਚ ਪਾ ਦਿੰਦੇ ਹੋ ਵੱਡੇ ਵੱਡੇ ਧਨਾਡਾਂ ਦਾ, ਉਦੋਂ ਨਹੀਂ ਪਤਾ ਕਿ ਸਿਰਫ ਖਰਚਾ ਕਿੰਨਾ ਹੋਣਾ ਸੀ? 700 ਤੋਂ 800 ਕਰੋੜ ਰੁਪਇਆ ਜਿਹੜਾ ਕੁੱਲ ਖਰਚਾ ਹੈ। ਸੋ ਵੱਡੀ ਗੱਲ ਇਹੀ ਹੈ ਕਿ ਹੁਣ ਟਵੀਟ ਹੋ ਰਹੇ ਨੇ, ਦੁੱਖ ਜਤਾਇਆ ਜਾ ਰਿਹਾ ਹੈ, ਪਰ ਸਵਾਲ ਇਹ ਹੈ ਕਿ ਆਖਿਰ 2 ਮਹੀਨਿਆਂ ਦੇ ਵਿੱਚ ਵੀ ਮਜ਼ਦੂਰਾਂ ਨੂੰ ਉਹਨਾਂ ਦੀ ਮੰਜ਼ਿਲ ਤੇ ਕਿਉਂ ਨਹੀਂ ਪਹੁੰਚਾਇਆ ਗਿਆ? ਕਿਉਂ ਰੇਲ ਗੱਡੀ ਦੀ ਪਟੜੀ ਤੇ ਉਹਨਾਂ ਨੂੰ ਸੌਣ ਦੇ ਲਈ ਮਜਬੂਰ ਹੋਣਾ ਪਿਆ? ਮਜ਼ਦੂਰਾਂ ਦੀ ਮੌਤ, 16 ਮਜ਼ਦੂਰਾਂ ਦੀ ਮੌਤ ਦਾ ਜਵਾਬ ਕੌਣ ਦੇਵੇਗਾ? ਕੀ ਸਿਰਫ ਗਰੀਬ ਤਬਕੇ ਦੇ ਲੋਕ ਇਸੇ ਤਰ੍ਹਾਂ ਉਹਨਾਂ ਦੇ ਨਾਲ ਘਟਨਾਵਾਂ ਹੁੰਦੀਆਂ ਰਹਿਣ? ਕੋਈ ਨਹੀਂ ਪੁੱਛਣ ਵਾਲਾ, ਕੋਈ ਸਰਕਾਰ ਜਵਾਬ ਦੇਵੇਗੀ ਇਸ ਤੇ। ਇਹ ਰੇਲ ਹਾਦਸਾ ਮਹਾਰਾਸ਼ਟਰ ਦੇ ਔਰੰਗਾਬਾਦ ਦੇ ਵਿੱਚ ਹੋਇਆ ਹੈ, ਜਿੱਥੇ ਇੱਕ ਮਾਲ ਗੱਡੀ ਇਹਨਾਂ ਸੁੱਤੇ ਪਏ ਮਜ਼ਦੂਰਾਂ ਨੂੰ ਕੁਚਲਦੀ ਹੋਈ ਨਿਕਲ ਗਈ, ਜਿਸ ਤੋਂ ਬਾਅਦ 16 ਮਜ਼ਦੂਰਾਂ ਦੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋਈ ਹੈ। ਇਹ ਰੇਲ ਦੀ ਪਟੜੀ ਤੇ ਆਪੋ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ। ਇਹਨਾਂ ਦੇ ਬੱਚੇ ਇੰਤਜ਼ਾਰ ਕਰਦੇ ਹੋਣਗੇ, ਤੁਸੀਂ ਸੋਚ ਕੇ ਦੇਖੋ, ਇਹਨਾਂ ਦੇ ਬੱਚੇ ਇਹਨਾਂ ਦਾ ਇੰਤਜ਼ਾਰ ਕਰਦੇ ਹੋਣਗੇ, ਇਹਨਾਂ ਦੇ ਪਰਿਵਾਰਿਕ ਮੈਂਬਰ ਇਹਨਾਂ ਦਾ ਇੰਤਜ਼ਾਰ ਕਰਦੇ ਹੋਣਗੇ, ਤੇ ਇਹਨਾਂ ਦੇ ਦਿਲਾਂ ਦੇ ਵਿੱਚ ਵੀ ਚਾਹ ਹੋਵੇਗੀ ਕਿ ਚਲੋ ਠੀਕ ਹੈ ਕਿ ਲੋਕਡਾਊਨ ਹੋ ਗਿਆ, ਕਰਫਿਊ ਲੱਗ ਗਏ, ਕੰਮਕਾਰ ਬੰਦ ਹੋ ਗਏ, ਪਰ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚ ਜਾਈਏ। ਪਰ ਅਜਿਹਾ ਹੋ ਨਹੀਂ ਸਕਿਆ, ਇਹ ਘਰਾਂ ਦੇ ਵਿੱਚ ਨਹੀਂ ਪਹੁੰਚ ਸਕੇ ਤੇ ਹੁਣ ਇਹ ਕਦੇ ਵੀ ਆਪਣੇ ਘਰਾਂ ਦੇ ਵਿੱਚ ਨਹੀਂ ਪਹੁੰਚ ਸਕਣਗੇ ਤੇ ਸਿਰਫ ਇਹਨਾਂ ਦੀਆਂ ਲਾਸ਼ਾਂ ਹੀ ਇਹਨਾਂ ਦੇ ਘਰਾਂ ਦੇ ਵਿੱਚ ਪਹੁੰਚਣਗੀਆਂ। ਸੋ ਇਹ ਸਵਾਲ ਜਿਹੜੇ ਨੇ ਇਹ ਵੱਡੇ ਨੇ ਕਿ ਰੇਲਵੇ ਟਰੈਕ ਤੇ ਇਹ ਸੁੱਤੇ ਪਏ ਸਨ ਮਜ਼ਦੂਰ, ਜਿਨ੍ਹਾਂ ਦੀ ਮੌਤ ਹੋ ਗਈ ਹੈ ਇੱਕ ਮਾਲ ਗੱਡੀ ਦੇ ਹੇਠਾਂ ਆਉਣ ਦੇ ਨਾਲ। ਪਰ ਕਦੋਂ ਤੱਕ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਰਹਿਣਗੇ, ਇਸ ਤੇ ਸਰਕਾਰਾਂ ਜ਼ਰੂਰ ਜਵਾਬ ਦੇਣ, ਸਿਸਟਮ ਜ਼ਰੂਰ ਜਵਾਬ ਦੇਵੇ ਕਿ ਜ਼ਿੰਮੇਵਾਰ ਕੌਣ ਹੈ। ਕਿ ਸਿਰਫ ਇਨਕੁਆਇਰੀ ਮਾਰਕ ਕਰ ਦਿੱਤੀ ਜਾਵੇਗੀ ਅਤੇ ਸ਼ਾਇਦ ਉਹਨਾਂ ਮਜ਼ਦੂਰਾਂ ਦਾ ਹੀ ਕਸੂਰ ਕੱਢ ਦਿੱਤਾ ਜਾਵੇਗਾ ਕਿ ਇਹ ਮਜ਼ਦੂਰ ਰੇਲ ਗੱਡੀ ਦੀ ਲਾਈਨ ਤੇ ਕਿਉਂ ਸੁੱਤੇ ਪਏ, ਕਿਉਂ ਟਰੈਕ ਤੇ ਸੁੱਤੇ ਪਏ। ਬਹੁਤ ਸਾਰੇ ਲੋਕ ਹੁਣ ਵੀ ਕਹਿਣਗੇ, ਪਰ ਤੁਸੀਂ ਸੋਚੋ ਉਹਨਾਂ ਦੇ ਬਾਰੇ ਕਿ ਜਿਹੜੇ ਭੁੱਖਣ ਪਿਆਸੇ ਜਾ ਰਹੇ ਸੀਗੇ, ਜਿਨ੍ਹਾਂ ਨੂੰ ਰਸਤਾ ਤੱਕ ਨਹੀਂ ਸੀ ਪਤਾ, ਜਿਹੜੇ ਇੰਨੇ ਥੱਕ ਕੇ ਕਿ ਉਹਨਾਂ ਨੂੰ ਉਹਨਾਂ ਦੀ ਮੌਤ ਵੀ ਨਹੀਂ ਪਤਾ ਲੱਗੀ ਕਿ ਰੇਲ ਗੱਡੀ, ਸ਼ਾਇਦ ਉਹਨਾਂ ਨੂੰ ਹੋਵੇ ਕਿ ਰੇਲ ਗੱਡੀਆਂ ਨਹੀਂ ਚੱਲ ਰਹੀਆਂ, ਇਸ ਕਰਕੇ ਉਹ ਟਰੈਕ ਤੇ ਸੌਂ ਗਏ, ਕਿਉਂਕਿ ਇਸੇ ਕਰਕੇ ਉਹ ਪੈਦਲ ਜਾ ਰਹੇ ਸਨ ਕਿ ਰੇਲ ਗੱਡੀਆਂ ਨਹੀਂ ਚੱਲ ਰਹੀਆਂ ਪਰ ਮਾਲ ਗੱਡੀਆਂ ਚੱਲ ਰਹੀਆਂ ਨੇ ਅਤੇ ਇਹ ਮਾਲ ਗੱਡੀ ਦੀ ਲਪੇਟ ਦੇ ਵਿੱਚ ਹੀ ਆਏ ਨੇ। ਸੋ ਹੁਣ ਟਵੀਟ ਹੋ ਰਹੇ ਨੇ, ਦੁੱਖ ਜਤਾਇਆ ਜਾ ਰਿਹਾ ਹੈ, ਹਾਦਸੇ ਨੂੰ ਮੰਦਭਾਗਾ ਦੱਸਿਆ ਜਾ ਰਿਹਾ ਹੈ, ਪਰ ਹਾਦਸੇ ਤੋਂ ਪਹਿਲਾਂ ਰੋਕਣ ਲਈ ਯਤਨ ਕੀ ਕੀਤੇ ਗਏ? ਸੋ ਇਹ ਵੱਡੇ ਸਵਾਲ ਨੇ, ਸਿਸਟਮ ਤੋਂ, ਸਰਕਾਰਾਂ ਤੋਂ ਜਵਾਬ ਦੀ ਉਡੀਕ ਹੈ। ਫਿਲਹਾਲ ਹੋਰ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ।